ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਜਗਜੀਤ ਸਿੰਘ ਤੇ ਮੇਰੇ ਨਾਲ ਭਾਈ ਜਸਵੀਰ ਸਿੰਘ ਜੀ ਹੈਗੇ ਆ। ਅਸੀਂ ਇਹ ਚੈਨਲ YouTube ਚੈਨਲ ਸ਼ੁਰੂ ਕਰ ਰਹੇ ਹਾਂ। ਸੋ ਸਾਡਾ ਇਹ YouTube ਚੈਨਲ ਸ਼ੁਰੂ ਕਰਨ ਦਾ ਕੁਝ ਕੀ ਮਕਸਦ ਹੈ, ਅਸੀਂ ਇਹ ਪਹਿਲੇ ਡਿਸਕਸ ਕਰਾਂਗੇ। ਅਸੀਂ ਕੀ ਕਰਨਾ ਚਾਹੁੰਦੇ ਹਾਂ ਔਰ ਕੀ ਅਚੀਵ ਕਰਨਾ ਚਾਹੁੰਦੇ ਹਾਂ, ਕਿਸ ਪ੍ਰਾਪਤੀ ਨਾਲ ਜਾਂ ਕਿਸ ਮਕਸਦ ਨਾਲ ਅਸੀਂ ਇਹ ਕਰਨਾ ਚਾਹੁੰਦੇ ਹਾਂ। ਇਹ ਸਾਰੇ ਪ੍ਰੋਸੈਸ ਵਿੱਚੋਂ ਅਸੀਂ ਅੱਜ ਥੋੜ੍ਹਾ ਜਿਹਾ ਇੰਟਰੋਡਕਟਰੀ ਕਰਦੇ ਹੋਏ ਕਰਾਂਗੇ। ਭਾਈ ਸਾਹਿਬ, ਅਸੀਂ ਜਿਹੜਾ ਇਹਦਾ ਮੇਨ ਮਕਸਦ ਜਿਹੜਾ ਉਹ ਕੀ ਹੈ, ਅਸੀਂ ਇਹ ਸਾਰਾ, ਕਿਉਂਕਿ ਚੈਨਲ ਤਾਂ ਬਹੁਤ ਸਾਰੇ ਚੱਲ ਰਹੇ ਆ ਜੀ ਤੇ ਬਹੁਤ ਸਾਰੀ ਗੁਰਬਾਣੀ ਬਾਰੇ ਵਿਚਾਰਾਂ ਵੀ ਹੋ ਰਹੀਆਂ। ਅਸੀਂ ਇਸ ਚੈਨਲ ਰਾਹੀਂ ਕੀ ਕਰਨਾ ਚਾਹੁੰਦੇ ਹਾਂ? ਇਹ ਗੱਲ ਤਾਂ ਬਿਲਕੁਲ ਠੀਕ ਆ ਕਿ ਅਸਲੇ ਚੈਨਲ ਜਿਹੜੇ ਆ ਬਹੁਤ ਜ਼ਿਆਦੇ ਆ। ਇਸ ਤੋਂ ਇਲਾਵਾ ਜਿਹੜੇ ਵੱਖੋ ਵੱਖਰੇ ਸਾਧਨ ਆ, ਬਹੁਤ ਸਾਰੇ ਸੁਰੇਦ ਸੱਜਣ ਜਿਹੜੇ ਆ ਉਹ ਆਪੋ ਆਪਣੀ ਥਾਂ 'ਤੇ ਯਤਨ ਕਰ ਰਹੇ ਆ ਗੁਰਬਾਣੀ ਦਾ ਮੈਸੇਜ ਆਮ ਲੋਕਾਂ ਤੱਕ ਪਹੁੰਚਾਉਣ ਲਈ। ਉਹ ਬੜੇ ਵਧੀਆ ਉਪਰਾਲੇ ਕਰ ਰਹੇ ਆ। ਅਸੀਂ ਵੀ ਇਹਦੇ ਵਿੱਚ ਆਪਣਾ ਇੱਕ ਜਿਹੜਾ ਯੋਗਦਾਨ ਪਾਉਣ ਲਈ ਇਹ ਉਪਰਾਲਾ ਸ਼ੁਰੂ ਕਰ ਰਹੇ ਆ। ਸਾਡਾ ਜਿਹੜਾ ਮਕਸਦ ਆ ਉਹ ਗੁਰਬਾਣੀ ਦੀ ਜੀਵਨ ਜੁਗਤ ਆਮ ਲੋਕਾਂ ਤੱਕ ਪਹੁੰਚਾਉਣਾ। ਪਹਿਲਾਂ ਦੇਖੋ ਕੀ ਹੁੰਦਾ ਸੀਗਾ ਕਿ ਸਾਡੇ ਜਿਹੜੇ ਸਰੋਤੇ ਆ ਉਹ ਆਪਣੀ ਕਮਿਊਨਿਟੀ ਤੱਕ ਸੀਮਤ ਹੁੰਦੇ ਸੀ। ਹਾਂਜੀ, ਅਸੀਂ ਗੁਰਦੁਆਰਾ ਸਾਹਿਬ ਮੋਸਟਲੀ ਅਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਸੀ, ਇਤਿਹਾਸ ਸੁਣਾਉਂਦੇ ਸੀ, ਉਹ ਆਪਣੇ ਤੱਕ ਹੀ ਹੁੰਦਾ ਸੀ। ਹਾਂਜੀ, ਪਰ ਹੁਣ ਜਿਹੜਾ ਹੈਗਾ ਉਹ ਜੋ ਅਸੀਂ ਕਹਿੰਦੇ ਆ ਉਹ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਸਾਧਨ ਰਾਹੀਂ ਉਹ ਪੂਰੀ ਦੁਨੀਆ ਤੱਕ ਅੱਪੜਦਾ। ਉਹਦੇ ਵਿੱਚ ਹਰ ਧਰਮ ਦਾ, ਵੱਖ ਵੱਖ ਧਰਮਾਂ ਦੇ ਜਿਹੜੇ ਸੈਕਟ ਆ ਉਹਨਾਂ ਦਾ, ਜਿਹੜੇ ਧਰਮ ਵਿਸ਼ਵਾਸ ਰੱਖਦੇ ਆ ਉਹ ਵੀ, ਜਿਹੜੇ ਨਹੀਂ ਰੱਖਦੇ ਉਹ ਵੀ ਸੁਣਦੇ ਆ। ਗੁਰਬਾਣੀ ਦਾ ਜਿਹੜਾ ਸੁਨੇਹਾ ਉਹ ਸਮੁੱਚੀ ਮਨੁੱਖਤਾ ਲਈ ਆ। ਉਹ ਕਿਸੇ ਵਿਸ਼ੇਸ਼ ਧਰਮ, ਜ਼ਾਤ, ਇਲਾਕਾ ਇਹਨਾਂ ਦੇ ਵਿੱਚ ਨਹੀਂ। ਇਸ ਲਈ ਸਾਡੀ ਇਹ ਕੋਸ਼ਿਸ਼ ਆ ਕਿ ਗੁਰਬਾਣੀ ਦਾ ਉਹ ਜਿਹੜਾ ਸੱਚਮੁੱਚ ਸੁਨੇਹਾ ਜਿਹਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਗਲਵਕੜੀ ਵਿੱਚ ਲੈਂਦੀ ਆ, ਅਸੀਂ ਉਹਨੂੰ ਧਿਆਨ ਵੀ ਰੱਖ ਕੇ ਗੁਰਬਾਣੀ ਦਾ ਮੈਸੇਜ ਜਿਹੜਾ ਉਹ ਆਮ ਲੋਕਾਂ ਤੱਕ, ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰੀਏ। ਤਾਂ ਸਾਡਾ ਇੱਕ ਯਤਨ ਆ ਕਿ ਅਸੀਂ ਇਸ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦਾ ਜਿਹੜਾ ਸੱਚ ਆ ਉਹ ਆਮ ਜਨ ਸਧਾਰਨ ਤੱਕ ਪਹੁੰਚਾ ਸਕੀਏ। ਠੀਕ ਹੈ, ਬਹੁਤ ਵਧੀਆ ਉਪਰਾਲਾ, ਕਿਉਂਕਿ ਅਸੀਂ ਇਸ ਪਾਸੇ ਜਿਹੜਾ ਗੁਰਬਾਣੀ ਦਾ ਹਰ ਇੱਕ ਬੰਦੇ ਤੱਕ ਪਹੁੰਚ ਹੋਵੇ ਔਰ ਹਰ ਇੱਕ ਤੱਕ ਸਹੀ ਮੈਸੇਜ ਪਹੁੰਚ ਸਕੇ ਔਰ ਉਸ ਨੂੰ ਆਪਣੇ ਚ ਮੈਸੇਜ ਨੂੰ ਅਪਲਾਈ ਕਰਕੇ ਆਪਣੀ ਜ਼ਿੰਦਗੀ ਨੂੰ ਕਿੱਦਾਂ ਵਧੀਆ ਬਣਾ ਸਕਦਾ ਔਰ ਕਿੱਦਾਂ ਵਧੀਆ ਤਰੀਕੇ ਨਾਲ ਆਪਣਾ ਪਰਿਵਾਰ, ਆਪਣਾ ਸਾਰਾ ਕਮਿਊਨਿਟੀ ਔਰ ਹੋਰ ਪਾਸੇ ਕਿੱਦਾਂ ਉਹ ਕੰਮ ਕਰ ਸਕਦਾ, ਇਹ ਬੜਾ ਇੰਪੋਰਟੈਂਟ ਹੈ। ਔਰ ਇਹ ਵੀ ਤੁਸੀਂ ਦੂਜਾ ਪੱਖ ਵੀ ਬੜਾ ਕਲੀਅਰ ਕਿਹਾ, ਕਿਉਂਕਿ ਅਸੀਂ ਅੱਗੇ ਗੁਰਦੁਆਰਿਆਂ ਤੱਕ ਸੀਮਿਤ ਸੀ, ਬੜੇ ਲੋਕਲਾਈਜ਼ ਸੀ ਜੀ। ਹੁਣ ਅਸੀਂ ਵਰਲਡ ਵਿੱਚ ਗਲੋਬਲ ਵਿਲੇਜ ਬਣ ਗਏ ਹਾਂ। ਸਾਡੀ ਪਹੁੰਚ ਹਰ ਥਾਂ 'ਤੇ, ਸਪੈਸ਼ਲੀ ਕੋਵਿਡ ਨੇ ਤਾਂ ਹੋਰ ਵੀ ਸਾਡੀ ਜ਼ੂਮ ਰਾਹੀਂ ਜਾਂ ਹੋਰਾਂ ਮੀਡੀਆ ਰਾਹੀਂ ਸਾਰਿਆਂ ਪਾਸੇ ਪਹੁੰਚਾਉਣੀ ਸ਼ੁਰੂ ਕਰਤੀ ਜੀ। ਸੋ ਅਸੀਂ ਉਸ ਪਾਸੇ ਬਿਲਕੁਲ ਚੱਲੇ ਹਾਂ। ਅਸੀਂ ਇਸ ਮਾਧਿਅਮ ਰਾਹੀਂ, ਸਾਡਾ ਕੋਈ ਮਕਸਦ ਨਹੀਂ ਹੈ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਦਾ, ਕਿਸੇ ਨੂੰ ਨਹੀਂ। ਅਸੀਂ ਸਿਰਫ ਆਪਣਾ ਦ੍ਰਿਸ਼ਟੀਕੋਣ ਰੱਖ ਰਹੇ ਹਾਂ। ਹੋ ਸਕਦਾ ਕਈਆਂ ਸੱਜਣਾਂ ਨੂੰ, ਸਾਰਿਆਂ ਨੂੰ ਇੱਕ ਦ੍ਰਿਸ਼ਟੀਕੋਣ ਪਸੰਦ ਹੋਵੇ, ਕਈਆਂ ਨੂੰ ਨਾ ਠੀਕ ਲੱਗੇ। ਸੋ ਜਿੱਦਾਂ ਦਾ ਵੀ ਸਾਡੀ ਸੋਚ ਸਮਝ, ਜਿੱਦਾਂ ਦੀ ਵੀ ਬੁੱਧੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਅਸੀਂ ਉਸ ਹਿਸਾਬ ਨਾਲ ਇਹ ਕਰ ਰਹੇ ਹਾਂ। ਇਸ ਤੋਂ ਹੋ ਸਕਦਾ ਵਧੀਆ ਵੀ ਹੋਣ, ਜਾਂ ਮੈਂ ਕਹਿੰਦਾ ਬਹੁਤ ਵਧੀਆ ਵੀ ਸਾਡੇ ਤੋਂ ਵੀ ਸੱਜਣ ਹੋ ਸਕਦੇ ਆ ਜਿਹੜੇ ਇਹ ਕਰ ਸਕਣ। ਪਰ ਅਸੀਂ ਆਪਣਾ ਇੱਕ ਨਿਮਾਣਾ ਜਿਹਾ ਐਫਰਟ ਕਰ ਰਹੇ ਹਾਂ। ਪਰ ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਅਸੀਂ ਜੀਵਨ ਦੇ ਉੱਤੇ ਗੁਰਬਾਣੀ ਨੂੰ ਆਪਣੇ 'ਤੇ ਅਪਲਾਈ ਕਰਕੇ ਕਿੱਦਾਂ ਚੱਲਣਾ ਉਹਦੇ ਉੱਤੇ ਗੱਲਾਂ ਕਰਾਂਗੇ। ਔਰ ਗੁਰਬਾਣੀ ਦੇ ਵਿੱਚੋਂ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸ਼ਬਦ ਨੂੰ ਲੈ ਕੇ ਉਹਦੇ ਉੱਤੇ ਹੀ ਅਸੀਂ ਜ਼ਿਆਦਾ ਗੱਲ ਕਰਿਆ ਕਰਾਂਗੇ। ਮਤਲਬ ਇਹਦੇ 'ਚ ਅਸੀਂ ਗੱਲਬਾਤ ਸਿਸਟਮ ਜਿਹੜਾ ਸੰਵਾਦ ਰਾਹੀਂ, ਹਾਂਜੀ, ਬਜਾਏ ਦੇ ਕਿ ਮੈਂ ਬੋਲੀ ਜਾਵਾਂ, ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸੰਵਾਦ ਰਾਹੀਂ ਜਿਹੜੀ ਗੁਰਬਾਣੀ ਦਾ ਸੱਚ ਆ ਉਹ ਆਪਾਂ ਦਰਸ਼ਕਾਂ ਤੱਕ ਪਹੁੰਚਾਈਏ। ਬਿਲਕੁਲ, ਇਹ ਸਾਨੂੰ ਮੈਥਡ ਗੁਰੂ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਆਲਰੇਡੀ ਦਿੱਤਾ ਸੀ ਕਿ ਅਸੀਂ ਕਿਸੇ ਨਾਲ ਵੀ ਜਦੋਂ ਗੱਲ ਕਰੀਏ, ਸੰਵਾਦ ਵਿੱਚ ਕਰੀਏ, ਤਾਂ ਉਹ ਆਸਾਨੀ ਨਾਲ ਸਮਝ ਆ ਜਾਂਦੀ ਹੈ। ਉਹਦੇ ਵਿੱਚ ਲੈਕਚਰ ਇਕੱਲਾ ਨਹੀਂ ਹੋਣਾ ਚਾਹੀਦਾ।
ਸੋ ਜੇ ਕਿਸੇ ਵੀ ਸੱਜਣ ਨੂੰ ਇਹਦੇ ਬਾਰੇ ਕੋਈ ਵੀ ਕਮੈਂਟ ਦੇਣੇ ਹੋਣ, ਸਾਡੀ YouTube ਚੈਨਲ ਦੇ ਥੱਲੇ ਕਮੈਂਟ ਦੇ ਸਕਦਾ। ਹੋਰ ਕੋਈ ਕੁਐਸਚਨ ਪੁੱਛਣੇ ਹੋਣ ਤੇ ਉਹ ਥੱਲੇ ਲਿਖ ਸਕਦੇ ਆ, ਤਾਂ ਕਿ ਆਉਣ ਵਾਲੇ ਵਕਤ ਵਿੱਚ ਜੇ ਉਹ ਗੁਰਬਾਣੀ ਅਨੁਸਾਰ ਸਾਨੂੰ ਜੱਚਦੇ ਆ ਤਾਂ ਅਸੀਂ ਉਹਨਾਂ ਕੁਐਸਚਨਾਂ ਦਾ ਆਨਸਰ ਕਰੀਏ। ਅਸੀਂ ਕੁਝ ਉਹਨਾਂ ਟੌਪਿਕਸ ਨੂੰ ਡੈਫੀਨੇਟਲੀ ਛੂਹਣਾ ਚਾਹਾਂਗੇ ਜਿਹੜੀਆਂ ਸਾਡੇ ਗੁਰਬਾਣੀ ਦੇ ਅਨੁਸਾਰ ਨਾ ਹੁੰਦਿਆਂ ਹੋਇਆਂ ਸਾਡੇ ਸਮਾਜ ਵਿੱਚ, ਸਾਡੇ ਗੁਰਦੁਆਰਿਆਂ ਵਿੱਚ ਜਾਂ ਕਿਸੇ ਥਾਂ ਤੇ ਕੁਰੀਤੀਆਂ ਬਣ ਗਈਆਂ, ਜਾਂ ਅਸੀਂ ਗਲਤ ਸਮਝ ਕੇ ਉਹਨਾਂ ਨੂੰ ਚੱਲ ਰਹੇ ਹਾਂ। ਸੋ ਇਹਨਾਂ ਸਾਡੀ ਸਾਰਿਆਂ ਕੋਲ ਬੇਨਤੀ ਹੈ ਕਿ ਇਸ YouTube ਨੂੰ ਲਾਈਕ ਵੀ ਕਰੋ, ਅੱਗੇ ਸ਼ੇਅਰ ਵੀ ਕਰੋ ਤੇ ਕਮੈਂਟਸ ਜ਼ਰੂਰ ਦਿਓ ਤੁਹਾਨੂੰ ਕਿੱਦਾਂ ਦੀ ਲੱਗੀ, ਤਾਂ ਕਿ ਅਸੀਂ ਉਸ ਨੂੰ ਇੰਪਰੂਵ ਕਰਨ ਲਈ ਇੱਕ ਮੈਥਡ ਯੂਜ਼ ਕਰ ਸਕੀਏ। ਸੋ ਇਹ ਸਾਡਾ ਬੇਸਿਕਲੀ ਸਾਰਾ ਸੰਵਾਦ, ਸਾਰਾ ਜਿਹੜਾ ਆਉਣ ਵਾਲੇ ਵਕਤ ਵਿੱਚ ਅਸੀਂ ਡਿਫਰੈਂਟ ਟੌਪਿਕਸ ਦੇ ਉੱਤੇ, ਕੁਐਸਚਨਸ ਦੇ ਉੱਤੇ ਆਧਾਰਿਤ, ਜਿਹੜੇ ਸਾਨੂੰ ਕੁਐਸਚਨਸ ਕੁਝ ਸੰਗਤ ਵੱਲੋਂ ਆ ਰਹੇ ਆ ਉਹਨਾਂ ਦੇ ਆਧਾਰਿਤ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਸੋ ਇਹਦੇ ਬਾਰੇ ਹੋਰ ਕੁਝ ਗਿਆਨੀ ਤੁਸੀਂ ਕੁਝ ਕਹਿਣਾ ਹੋਵੇ? ਹਾਂਜੀ, ਮੈਂ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਮਕਸਦ ਇਸ ਮਾਧਿਅਮ ਰਾਹੀਂ ਕਿਸੇ ਨੂੰ ਵਿਅਕਤੀਗਤ ਤੌਰ ਤੇ ਨਿਸ਼ਾਨਾ ਬਣਾਉਣਾ ਨਹੀਂ। ਹਾਂ, ਅਸੀਂ ਗੁਰਮਤਿ ਸਿਧਾਂਤਾਂ ਦੀ ਜਿੱਥੇ ਗੱਲ ਆਉਂਦੀ ਆ ਕਲੈਰਿਟਲੀ ਜ਼ਰੂਰ ਅਸੀਂ ਉਹਦੇ 'ਤੇ ਫੋਕਸ ਕਰਾਂਗੇ, ਉਹਦੇ 'ਤੇ ਜ਼ੋਰ ਦੇਵਾਂਗੇ, ਪਰ ਕਿਸੇ ਵਿਅਕਤੀਗਤ ਸੰਸਥਾ ਜਾਂ ਵਿਅਕਤੀ ਉੱਤੇ ਸਾਡਾ ਕੋਈ ਕਟਾਕਸ਼ ਨਹੀਂ ਹੋਊਗਾ। ਸਾਡਾ ਮਕਸਦ ਕਿਸੇ ਦਾ ਇਸ ਤਰ੍ਹਾਂ ਖੰਡਨ ਮੰਡਨ ਕਰਨਾ ਨਹੀਂ। ਜਿਵੇਂ ਪਹਿਲਾਂ ਮੈਂ ਇਸ਼ਾਰਾ ਕੀਤਾ ਕਿ ਅਸੀਂ ਆਪਣੀ ਜਿਹੜੀ ਗੱਲ ਜਿਹਨੇ ਸਮਝ ਆ ਗੁਰੂ ਨੇ ਸਾਨੂੰ ਦਿੱਤੀ, ਅਸੀਂ ਉਸ ਅਨੁਸਾਰ ਜਿਹੜਾ ਹੀ ਉਹ ਸੰਗਤਾਂ ਤੱਕ ਉਹ ਸੁਨੇਹਾ, ਗੁਰੂ ਦੀ ਉਹ ਵਿਚਾਰ, ਜੀਵਨ ਯੁੱਗ ਦਾ ਉਹ ਪੱਖ ਪਹੁੰਚਾਉਣ ਦਾ ਉਪਰਾਲਾ ਕਰਾਂਗੇ। ਦੂਜਿਆਂ ਦੀ ਕੀ ਰਾਏ ਆ, ਕੀ ਸੋਚਦੇ ਆ, ਉਹਨਾਂ ਦਾ ਕੀ ਮੰਨਣਾ, ਅਸੀਂ ਉਹਨਾਂ ਦਾ ਜ਼ਿਕਰ ਕਰਨ ਦੀ ਬਜਾਏ ਕੇਵਲ ਆਪਣਾ ਪੱਖ ਹੀ ਜਿਹੜਾ ਉਹ ਸਾਂਝਾ ਕਰਾਂਗੇ। ਹਾਂਜੀ, ਬਿਲਕੁਲ ਠੀਕ ਹੈ। ਅਸੀਂ ਇਸ ਕਰਕੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਜੇ ਤੁਹਾਨੂੰ ਚੰਗਾ ਲੱਗਦਾ ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਇਸ ਦੇ ਲਾਈਕ ਵੀ ਕਰੋ ਤੇ ਅੱਗੇ ਸ਼ੇਅਰ ਵੀ ਕਰੋ, ਤਾਂ ਕਿ ਫਿਰ ਸਾਨੂੰ ਉਸ ਤੋਂ ਪਤਾ ਲੱਗਦਾ ਰਹੇਗਾ ਕਿ ਕੀ ਰਿਸਪੌਂਸ ਆ ਰਿਹਾ ਔਰ ਅਸੀਂ ਕੀ ਉਹਦੇ ਵਿੱਚ ਹੋਰ ਇੰਪਰੂਵਮੈਂਟਸ ਕਰ ਸਕਦੇ ਹਾਂ। ਸੋ ਅੱਜ ਜਿਹੜਾ ਅਸੀਂ ਅੱਜ ਪਹਿਲੀ ਸ਼ੁਰੂ ਕਰਨ ਲੱਗੇ ਹਾਂ, ਸਾਡੇ ਕੋਲ ਇੱਕ ਵਿਸ਼ਾ ਹੈ ਕਿ ਜਦੋਂ ਸਾਡੇ ਸਿੱਖ ਵਿੱਚ ਆਨੰਦ ਕਾਰਜ ਹੁੰਦਾ ਤਾਂ ਇੱਕ ਸ਼ਬਦ ਪੜ੍ਹਿਆ ਜਾਂਦਾ, ਪਹਿਲੇ ਸ਼ੁਰੂ ਕਰਨ ਲੱਗਿਆਂ, ਪੱਲੇ ਥੈਂਡੇ ਲਾਗੀ। ਕੀ ਉਹ ਸ਼ਬਦ ਵਿਆਹ ਲਈ ਹੈ? ਕੀ ਉਹ ਸ਼ਬਦ ਵਾਕਈ ਉਸ ਚੀਜ਼, ਉਸ ਵੇਲੇ ਸਿਰਫ ਅੱਧੀ ਤੁਕ ਪੜ੍ਹ ਕੇ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ, ਕੀ ਕਨਵੇ ਕਰਨਾ ਚਾਹੁੰਦੇ ਹਾਂ, ਅਸੀਂ ਇਹਦੇ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਸੋ ਉਹ ਜਿਹੜਾ ਸ਼ਬਦ ਹੈ, ਜੇ ਅਸੀਂ ਪੂਰਾ ਪੜ੍ਹੀਏ ਜਾਂ ਉਹ ਸ਼ਲੋਕ ਗੁਰੂ ਮਹਾਰਾਜ ਦਾ ਹੈ, ਸੋ 963 ਪੰਨੇ ਤੇ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਹਾਂਜੀ, ਦੇਖੋ, ਪਹਿਲੀ ਗੱਲ ਇਹ ਸਮਝਣਯੋਗ ਆ ਕਿ ਅਸੀਂ ਜਿਹੜੇ ਵੀ ਸ਼ਬਦ, ਚਾਹੇ ਉਹ ਕਿਸੇ ਦੀ ਮੌਤ ਹੋ ਜਾਂਦੀ ਆ, ਚਾਹੇ ਆਨੰਦ ਦੇ ਸਮੇਂ, ਜਨਮ ਸਮੇਂ, ਜਿਹੜੇ ਵੀ ਸ਼ਬਦ ਪੜ੍ਹਦੇ ਆ, ਹਰ ਸ਼ਬਦ ਵਿੱਚ ਸਾਨੂੰ ਗੁਰੂ ਸਾਹਿਬਾਨ ਨੇ, ਜਿਹਨਾਂ ਵੀ ਮਹਾਂਪੁਰਸ਼ਾਂ ਦੀ ਬਾਣੀ ਆ, ਉਹਨਾਂ ਵਿੱਚ ਇੱਕ ਸਚਿਆਰ ਬਣਨ ਦੀ ਜੁਗਤੀ ਦਰਸਾਈ ਆ ਕਿ ਅਸੀਂ ਸਚਿਆਰ ਕਿਵੇਂ ਬਣ ਸਕਦੇ ਹਾਂ। ਅਸੀਂ ਸਮੇਂ ਮੁਤਾਬਕ ਕੋਈ ਸ਼ਬਦ ਪੜ੍ਹਦੇ ਹਾਂ, ਤੇ ਕਿਉਂਕਿ ਅਸੀਂ ਮੋਸਟਲੀ ਇਸ ਲਈ ਪੱਲੇ ਥੈਂਡੇ ਲਾਗੀ ਵਾਲੇ ਸ਼ਲੋਕ ਦੀ ਗੱਲ ਕਰ ਰਹੇ ਹਾਂ, ਹਾਂਜੀ, ਇਸ ਲਈ ਮੈਂ ਇੱਥੋਂ ਤੱਕ ਹੀ ਸੀਮਿਤ ਰੱਖਾਂ ਕਿ ਇਹ ਜਿਹੜਾ ਸ਼ਲੋਕ ਆ, ਉੱਦਾਂ ਇਹ ਆਪਣੇ ਅੱਜ ਪੂਰਾ ਸ਼ਲੋਕ ਆ ਜਿਹੜਾ ਪੜ੍ਹਿਆ ਜਾਂਦਾ, ਪਰ ਜਿਵੇਂ ਅਸੀਂ ਜਦੋਂ ਵਾਰਾਂ ਵਿੱਚੋਂ ਹੁਕਮ ਆਉਂਦਾ ਅਸੀਂ ਲੈਂਦੇ ਹਾਂ, ਤਾਂ ਉਸ ਸਮੇਂ ਕਿਉਂਕਿ ਵਾਰਾਂ ਦਾ ਮੂਰੋ ਪੌੜੀਆਂ, ਤਾਂ ਪੌੜੀ ਨਾਲ ਜਿੰਨੇ ਵੀ ਸ਼ਲੋਕ ਹੁੰਦੇ ਆ, ਹਰ ਪੌੜੀ ਨਾਲ ਘੱਟੋ ਘੱਟ 2 ਸ਼ਲੋਕ ਦਰਜ ਆ। ਗੁਰੂ ਗ੍ਰੰਥ ਸਾਹਿਬ ਜੋ 22 ਵਾਰਾਂ, ਭਾਈ 22 ਵਾਰਾਂ ਵਿੱਚੋਂ ਜਿਹੜੀਆਂ 2 ਵਾਰਾਂ ਉਹਨਾਂ ਨਾਲ ਕੋਈ ਸ਼ਲੋਕ ਦਰਜ ਨਹੀਂ, ਉਹਨਾਂ ਦਾ ਨਰੋਲ ਪੌੜੀਆਂ ਰੂਪ ਹੀ ਆ। 20 ਵਾਰਾਂ ਐਸੀਆਂ ਜਿਨ੍ਹਾਂ ਨਾਲ ਸ਼ਲੋਕ ਦਰਜ ਆ, ਉਹ ਹਰ ਪੌੜੀ ਨਾਲ ਘੱਟੋ ਘੱਟ 2 ਸ਼ਲੋਕ ਦਰਜ ਆ। ਇਹ ਵੀ ਜਿਹੜੀ ਵਾਰ ਆ, ਇਹ ਵਾਰ ਗੁਰੂ ਅਰਜਨ ਸਾਹਿਬ ਜੀ ਦੀ ਆ। ਇਸ ਜਿਹੜੀ 14ਵੀਂ ਪੌੜੀ ਹੈ ਇਸ ਵਾਰ ਦੀ, ਰਾਮਕਲੀ ਦੀ ਵਾਰ ਆ, ਇਹਨਾਂ ਦੇ 2 ਸ਼ਲੋਕ ਦਰਜ ਆ। ਇਹ ਦੋਵੇਂ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਆ। ਇਹ ਜਿਹੜਾ ਸ਼ਲੋਕ ਪੜ੍ਹਿਆ ਜਾਂਦਾ ਉਸ ਸਮੇਂ, ਜਿਹਨੂੰ ਕਈ ਵਾਰ ਜਾਣੇ ਅਣਜਾਣੇ ਪੱਲੇ ਦਾ ਸ਼ਬਦ ਵੀ ਕਿਹਾ ਜਾਂਦਾ, ਕਿਉਂਕਿ ਪੱਲੇ ਥੈਂਡੇ ਲਾਗੀ ਸ਼ਬਦ ਵਰਤਿਆ ਆ,
ਤਾਂ ਉਸ ਨੂੰ ਕਈਆਂ ਨੇ ਜਾਣੇ ਅਣਜਾਣੇ ਪ੍ਰਚਲਿਤ ਹੋ ਗਿਆ ਹਾਂਜੀ ਕਿ ਜੀ ਹੁਣ ਪੱਲੇ ਦਾ ਸ਼ਬਦ ਪੜ੍ਹਿਆ ਜਾਊਗਾ। ਤੇ ਉਸ ਸਮੇਂ ਜਿਹੜਾ ਬੱਚੀ ਦਾ ਪਿਤਾ ਜ਼ਿਆਦਾਤਰ ਉਹੀ ਜਿਹੜਾ ਲੜਕੇ ਦਾ ਪੱਲਾ ਬੱਚੀ ਨੂੰ ਫੜਾਉਂਦਾ। ਇਹ ਵੀ ਆਪਾਂ ਜਿਹੜਾ ਧਿਆਨ ਰਹੇ ਕਿ ਸਾਡੇ ਵਿੱਚ ਐਸਾ ਕੋਈ ਵਹਿਮ ਨਹੀਂ ਜਾਂ ਰੀਤ ਨਹੀਂ ਕਿ ਉਸ ਸਮੇਂ ਜਿਹੜਾ ਪੱਲਾ ਫੜਾਉਣਾ ਉਹ ਕੇਵਲ ਬੱਚੀ ਦੇ ਬਾਪ ਨੇ ਹੀ ਫੜਾਉਣਾ। ਜੇ ਬਾਪ ਨਹੀਂ ਤਾਂ ਭਰਾ ਨੇ ਫੜਾਉਣਾ, ਜੇ ਭਰਾ ਵੀ ਨਹੀਂ ਤਾਂ ਕੋਈ ਮਰਦ ਲੱਭਣ ਦੀ ਕੋਸ਼ਿਸ਼ ਕਰਦੇ ਆ, ਚਾਚਾ ਤਾਇਆ ਮਾਮਾ ਜੋ ਵੀ ਆ, ਪਰ ਮਰਦ ਹੀ ਹੋਣਾ ਚਾਹੀਦਾ। ਸਾਡੇ ਵਿੱਚ ਐਸਾ ਕੋਈ ਵਹਿਮ ਕੋਈ ਨਹੀਂ। ਵਹਿਮ ਨਹੀਂ ਹੈ। ਸਾਡੇ ਵਿੱਚ ਮਾਂ ਵੀ ਫੜਾ ਸਕਦੇ, ਚੰਗਾ ਹੋਵੇ ਕਿ ਦੋਵੇਂ ਫੜਾਉਣ, ਕਿਉਂਕਿ ਉਸ ਸਮੇਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵੀ ਸੰਗਤ ਜਿਹੜੀ ਆ ਇਸ ਸਮੇਂ ਵਿਟਨੈਸ ਦੇ ਰੂਪ ਵਿੱਚ ਜਿਹੜੀ ਆ ਉਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸ਼ੋਭਤ ਹੁੰਦੀ ਆ। ਔਰ ਇੱਕ ਇਹ ਉਹ ਛਣ ਹੁੰਦਾ ਜਦੋਂ ਸੱਚਮੁੱਚ ਜਿਹੜੇ ਮਾਪਿਆਂ ਆਪਣੀ ਬੱਚੀ ਨੂੰ ਆਪਣੀ ਜ਼ਿੰਮੇਵਾਰੀ, ਆਪਣੀ ਦੇਖ ਰੇਖ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਉਹ ਇਸ ਦੀ ਪ੍ਰਵਾਨਗੀ ਦੇ ਨਾਲ ਆਸ਼ੀਰਵਾਦ ਦੇ ਰਹੇ ਹੁੰਦੇ ਆ। ਤਾਂ ਚੰਗਾ ਹੋਵੇ ਕਿ ਮਾਪੇ ਦੋਵੇਂ ਉੱਠ ਕੇ ਦੇਣ। ਠੀਕ ਹੈ। ਪਰ ਜੇਕਰ ਪਿਤਾ ਨਹੀਂ ਜਾਂ ਮਾਂ ਮੌਜੂਦ ਨਹੀਂ ਤਾਂ ਕੋਈ ਵੀ, ਔਰ ਸਾਡੇ ਵਿੱਚ ਕਈਆਂ ਵਿੱਚ ਐਸਾ ਹੈਗਾ ਉਹਦਾ, ਇਵਨ ਹਿੰਦੂਇਜ਼ਮ ਦੇ ਜੇ ਕੁਝ ਸੈਕਟ ਹੈਗੇ ਆ ਉਹਨਾਂ ਵਿੱਚ ਵੀ ਮਾਪੇ ਦੋਵੇਂ ਹਾਜ਼ਰ ਹੁੰਦੇ ਆ। ਉਸ ਸਮੇਂ ਜਦੋਂ ਕੰਨਿਆ ਉਹਨਾਂ 'ਚ ਕੰਨਿਆਦਾਨ ਸ਼ਬਦ ਪ੍ਰਚਲਿਤ, ਉਹਨਾਂ ਦਾ ਆਪਣਾ ਬਿਲੀਫ ਸਿਸਟਮ ਆ। ਹਾਂਜੀ ਪਰ ਸਾਡੇ ਵਿੱਚ ਜਿਹੜਾ ਉਹਨਾਂ ਵਿੱਚ ਇਹ ਵੀ ਹੈਗਾ ਕਿ ਇਸਤਰੀ ਵੀ ਕਰ ਸਕਦੀ ਆ, ਪਰ ਜਿਹੜੀ ਵਿਧਵਾ ਉਹਨੂੰ ਇਹ ਅਧਿਕਾਰ ਨਹੀਂ। ਪਰ ਸਾਡੇ ਵਿੱਚ ਇਹ ਵਹਿਮ ਵੀ ਨਹੀਂ ਕਿ ਜੇਕਰ ਬੱਚੀ ਦਾ ਪਿਤਾ ਨਹੀਂ ਤਾਂ ਬੱਚੀ ਦੀ ਮਾਂ ਜੇ ਵਿਧਵਾ ਹੋਈ ਆ ਤਾਂ ਉਹ ਵਿਧਵਾ ਵੀ ਪੱਲਾ ਫੜਾ ਸਕਦੀ ਆ। ਠੀਕ ਹੈ। ਤੇ ਜਿਹੜਾ ਜਿੱਥੇ ਤੱਕ ਸ਼ਲੋਕ ਦਾ ਸਵਾਲ ਆ, ਹਾਂਜੀ ਇਸ ਸ਼ਲੋਕ ਵੀ ਜਿਹੜਾ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਪੂਰਾ ਅਧੂਰਾ, ਉਹਦਾ ਭਾਵ ਇੰਨਾ ਹੀ ਆ ਕਿ ਜਦੋਂ ਕੋਈ ਹੁਕਮ ਆਉਂਦਾ ਵਾਰ ਵਿੱਚੋਂ ਤਾਂ ਅਸੀਂ ਉਸ ਪੌੜੀ ਨਾਲ ਜਿੰਨੇ ਵੀ ਸ਼ਲੋਕ ਹੁੰਦੇ ਆ ਉਹ ਸ਼ਲੋਕ ਪੜ੍ਹ ਕੇ ਫਿਰ ਪੌੜੀ ਤੱਕ ਆਉਂਦੇ ਆ। ਇੱਥੇ ਉਹ ਪੂਰਾ ਸ਼ਬਦ ਮੰਨਿਆ ਜਾਂਦਾ। ਧੰਨਵਾਦ। ਉਹਦਾ ਆਪਣੇ ਆਪ ਹੀ ਸੁਤੰਤਰ ਸ਼ਲੋਕ ਆ, ਇਹਦੇ ਵਿੱਚ ਕੋਈ ਸੰਦੇਹ ਨਹੀਂ। ਕੋਈ ਨਹੀਂ। ਪਰ ਜਦੋਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸਮਝਣ ਨੂੰ ਇੱਕ ਸਿਸਟਮ ਆ, ਹਾਂਜੀ ਉਹਦੇ ਅਨੁਸਾਰ ਸਾਨੂੰ ਕਿਸੇ ਇੱਕ ਅੱਧੀ ਪੰਕਤੀ, ਇੱਕ ਪੰਕਤੀ ਵਿੱਚੋਂ ਗੁਰਬਾਣੀ ਦਾ ਉਹ ਸਪਸ਼ਟ ਜਿਹੜਾ ਸਿਧਾਂਤ ਆ ਜਾਂ ਸੱਚ ਆ ਉਹ ਸਾਡੀ ਪਕੜ ਵਿੱਚ ਨਹੀਂ ਆਉਂਦਾ। ਬਿਲਕੁਲ ਠੀਕ। ਜੇਕਰ ਅਸੀਂ ਇਹ ਸਮੁੱਚੀ ਬਾਣੀ ਨੂੰ ਨਾ ਵੀ ਧਿਆਨ ਰੱਖੀਏ, ਘੱਟੋ ਘੱਟ ਜਿਹੜਾ ਸ਼ਬਦ ਆ, ਜਿਸ ਸ਼ਲੋਕ ਪੌੜੀ ਨਾਲ ਵੀ ਇਹ ਸ਼ਲੋਕ ਆ, ਇਹਦੇ ਅੱਗੇ ਵੀ ਇੱਕ ਸ਼ਲੋਕ ਆ, ਹਾਂਜੀ ਇਸ ਤੋਂ ਅੱਗੇ ਪੌੜੀ ਆ। ਪੌੜੀ ਹੈ। ਚੰਗਾ ਹੋਵੇ ਕਿ ਜੇਕਰ ਇਹ ਸਾਰਾ ਸ਼ਬਦ ਜਿਹੜੇ ਆ ਦੋਵੇਂ ਸ਼ਲੋਕ ਅਤੇ ਨਾਲ ਪੌੜੀ ਪੜ੍ਹੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਜਿਹੜਾ ਇਹ ਭੁਲੇਖਾ ਪੈ ਰਿਹਾ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਆਮ ਲੋਕਾਂ ਨੂੰ ਇਹ ਭੁਲੇਖਾ ਕਿ ਸ਼ਾਇਦ ਇਹ ਜਿਹੜੇ ਸ਼ਬਦ ਆ ਜਿਹੜੇ ਆਖੇ ਜਾ ਰਹੇ ਕਿ ਹੱਬੇ ਸਾਹਿਬ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ, ਕਿ ਸ਼ਾਇਦ ਬੱਚੀ ਵੱਲੋਂ ਆਖੇ ਜਾ ਰਹੇ ਆ। ਹਾਂਜੀ ਕਿ ਇਸ ਲਈ ਕਈ ਜਿਹੜੇ ਆ ਅਗਾਂਹ ਵਧੂ ਸੱਜਣ ਆ, ਜਿਹੜੇ ਪੜ੍ਹੇ ਲਿਖੇ ਸੱਜਣ ਆ, ਪਰ ਸਾਡੇ ਪੜ੍ਹੇ ਲਿਖਿਆਂ ਦੀ ਇੱਕ ਸਮੱਸਿਆ ਕਿ ਹੋਰ ਬਹੁਤ ਕੁਝ ਪੜ੍ਹਦੇ ਆ ਪਰ ਗੁਰਬਾਣੀ ਨਹੀਂ ਪੜ੍ਹਦੇ। ਇਸ ਕਰਕੇ ਗੁਰਬਾਣੀ ਬਾਰੇ ਉਹ ਜੋ ਸਟੇਜਾਂ ਤੋਂ ਜਾਂ ਮੇਰੇ ਤੁਹਾਡੇ ਵਰਗਿਆਂ ਨੂੰ ਸੁਣਦੇ ਆ ਉਹੀ ਗੁਰਬਾਣੀ ਦਾ ਸੱਚ ਮੰਨ ਬੈਂਦੇ ਆ। ਇਸ ਲਈ ਉਹ ਸੁਝਾਅ ਦਿੰਦੇ ਹੁੰਦੇ ਕਈ ਵਾਰ ਕਿ ਜੀ ਇਹ ਸ਼ਲੋਕ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਇਹਦੇ ਵਿੱਚ ਇਸਤਰੀ ਜਾਤੀ ਦੀ ਜਿਹੜੀ ਆ ਉਹ ਤੋਹੀਨ ਹੋ ਰਹੀ ਆ। ਪਰ ਜਿਹੜੇ ਪੜ੍ਹਦੇ ਆ ਇਹ ਸੋਚ ਕੇ ਕਿ ਇਹ ਬੱਚੀ ਵੱਲੋਂ ਆਖੇ ਜਾ ਰਹੇ ਆ, ਉਹ ਵੀ ਇਸ ਗੱਲ ਦਾ ਪ੍ਰਮਾਣ ਆ ਕਿ ਉਹਨਾਂ ਨੇ ਇਸ ਨੂੰ ਸਮਝਿਆ ਨਹੀਂ। ਹਾਂਜੀ ਤਾਂ ਜਿਹੜੇ ਅਗਾਂਹ ਵਧੂ ਪੜ੍ਹੇ ਲਿਖੇ ਸੱਜਣ ਇਹ ਸੁਝਾਅ ਦੇ ਰਹੇ ਆ ਕਿ ਇਹਦੇ ਵਿੱਚ ਇਸਤਰੀ ਜਾਤੀ ਦੀ ਤੋਹੀਨ ਕੀਤੀ ਹੋਈ ਆ, ਇਸ ਲਈ ਪੜ੍ਹਨ ਦੀ ਲੋੜ ਨਹੀਂ, ਉਹ ਵੀ ਇਸ ਗੱਲ ਦਾ ਹੀ ਸੂਚਕ ਆ ਉਹਨਾਂ ਦਾ ਇਹ ਕਹਿਣਾ ਸੁਝਾਅ ਕਿ ਉਹਨਾਂ ਨੇ ਅਸਲ ਵਿੱਚ ਬਾਣੀ ਨੂੰ ਸਮਝਿਆ ਨਹੀਂ। ਜੇਕਰ ਬਾਣੀ ਨੂੰ ਸਮਝਿਆ ਹੋਵੇ ਤੇ ਉਹ ਕਦੇ ਵੀ ਇਹੋ ਜਿਹੇ ਸ਼ਬਦ ਜਿਹਨਾਂ ਦੇ ਮੂੰਹ ਨਿਕਲ ਹੀ ਨਹੀਂ ਸਕਦੇ। ਹੁਣ ਆਪਾਂ ਸ਼ਲੋਕ ਵੱਲ ਆਉਂਦੇ ਆ। ਬੇਸਿਕਲੀ ਜਦੋਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਦੋਨੋਂ ਪੱਖ ਹੈਗੇ ਆ ਕਿ ਵਾਕਈ ਲੜਕੀ ਵੱਲੋਂ ਹੈ ਕਿ ਔਰ ਬਕਾਇਦਾ ਕਿਉਂਕਿ ਉਹ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਵੱਲ ਜਾ ਰਹੀ ਹੈ। ਔਰ ਨੈਚੁਰਲੀ ਕ੍ਰਿਸਚਨਸ ਵਿੱਚ ਵੀ ਜਦੋਂ ਚਰਚ ਵਿੱਚ ਵੈਡਿੰਗ ਹੁੰਦੀ ਹੈ ਤਾਂ ਫਾਦਰ ਜਿਹੜਾ ਉਹ ਬੱਚੀ ਨੂੰ ਲੈ ਕੇ ਆਉਂਦਾ ਪਹਿਲੇ ਤੇ ਬਾਅਦ ਵਿੱਚ ਹੈਂਡ ਓਵਰ ਕਰਦਾ। ਨਹੀਂ, ਮਰਦ ਪ੍ਰਧਾਨ ਸਮਾਜ ਵਿੱਚ ਰਿਹਾ ਅਸਲ ਜੋ ਰਿਹਾ ਸਾਡੇ ਵਿੱਚ ਸਹੀ। ਇਹਦੇ ਸਾਡੇ ਵਿੱਚ ਕਿਉਂਕਿ ਇਹੋ ਜਿਹੀ ਕੋਈ ਹੈ ਨਹੀਂ, ਇਕੁਐਲਿਟੀ ਹੈ। ਸੋ ਸਾਨੂੰ ਚਾਹੀਦਾ ਵੈਸੇ ਇਹ ਹੈ, ਬਿਲਕੁਲ ਤੁਸੀਂ ਬਹੁਤ ਵਧੀਆ ਕਿ ਮਾਤਾ ਪਿਤਾ ਦੋਨੋਂ ਜੁਆਇੰਟਲੀ ਇਹ ਕੰਮ ਕਰਨ ਤਾਂ ਬਹੁਤ ਵਧੀਆ। ਔਰ ਦੂਜੀ ਗੱਲ ਜਿਹੜੀ ਹੈ ਇਹ ਕੋਈ ਇਸ ਚੀਜ਼ ਦਾ ਸੂਚਕ ਨਹੀਂ ਹੈ ਕਿ ਇਸਤਰੀ ਜਿਹੜੀ ਆ ਉਹ ਨੀਵੀਂ ਹੈ ਤੇ ਉਹ ਪੱਲੇ ਉਹਦੇ ਲੱਗ ਰਹੀ ਹੈ
ਜਿੱਦਾਂ ਜਿਹੜੇ ਇਕੁਐਲਿਟੀ ਦੀ ਗੱਲ ਕਰਦੇ ਆ ਉਹ ਇਸ ਗੱਲ ਨੂੰ ਉਠਾਉਂਦੇ ਆ ਕਿ ਬਈ ਇਹ ਇਸ ਤਰੀਕੇ ਨਾਲ। ਸੋ ਇਹ ਜਿਹੜਾ ਸ਼ਬਦ ਧਿਆਨ ਨਾਲ ਪੜ੍ਹਿਆ ਜਾਏ, ਉਹ ਠੀਕ ਹੈ ਕਿ ਉਹਦੇ ਵਰਡਸ ਜਿਹੜੇ ਆ ਉਹ ਇੱਦਾਂ ਲੱਗਦੇ ਆ ਕਿ ਉਸ ਵੇਲੇ ਦੇ ਓਕੇਜ਼ਨ ਨੂੰ ਸੂਟ ਕਰਦੇ ਲੱਗਦੇ। ਜੋ ਸ਼ਬਦ ਪੜ੍ਹਿਆ ਵੀ ਇਸ ਲਈ ਤੁਸੀਂ ਦੇਖੋ, ਇਹ ਵੀ ਦੇਖੋ ਕਿ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ, ਹਾਂਜੀ, ਉਹਦੇ ਵਿੱਚ ਇਸ ਸ਼ਲੋਕ ਦੇ ਪੜ੍ਹਨ ਦੀ ਜਿਹੜੀ ਆ ਉਹ ਕੋਈ ਜ਼ਿਕਰ ਨਹੀਂ ਕੀਤਾ ਹੋਇਆ। ਠੀਕ ਹੈ, ਪਰ ਪ੍ਰਚਲਿਤ ਹੋ ਗਿਆ, ਇਸ ਲਈ ਪੜ੍ਹ ਲੈਣਾ ਕੋਈ ਮਾੜੀ ਗੱਲ ਨਹੀਂ ਜੇ ਪੜ੍ਹਿਆ ਜਾ ਰਿਹਾ, ਪਰ ਚੰਗਾ ਹੋਵੇ ਜੇ ਪੂਰਾ ਜੇ ਸ਼ਬਦ ਪੂਰਾ ਪੜ੍ਹਿਆ ਪੜ੍ਹਿਆ ਜਾਵੇ, ਜਾਏ। ਮਤਲਬ ਅਗਲਾ ਸ਼ਲੋਕ ਵੀ ਪੌੜੀ ਨਾਲ ਪੜ੍ਹੀ ਜਾਵੇ, ਤਾਂ ਕਿ ਜਿਹੜਾ ਗਲਤ ਸੁਨੇਹਾ ਆਮ ਉਹ ਲੋਕਾਂ ਤੱਕ ਜਾ ਰਿਹਾ, ਠੀਕ। ਘੱਟੋ ਘੱਟ ਉਹ ਸੁਨੇਹਾ ਇਸ ਰੂਪ ਵਿੱਚ ਨਾ ਜਾਵੇ, ਹਾਂਜੀ। ਜਾਂ ਘੱਟੋ ਘੱਟ ਉਸ ਸਮੇਂ ਜਿਹੜਾ ਦੋ ਸ਼ਬਦ ਦੱਸੇ ਜਾਣ ਕਿ ਇਸ ਸ਼ਲੋਕ ਦਾ ਭਾਵ ਕੀ ਆ, ਤਾਂ ਆਪਾਂ ਸ਼ਲੋਕ ਦੇ ਭਾਵ ਵੱਲ ਆਉਂਦੇ ਸ਼ਲੋਕ ਹਾਂ। ਦੇ ਭਾਵ ਵੱਲ ਆਓ ਤੁਸੀਂ। ਦੇਖੋ ਇਹ ਸ਼ਲੋਕ ਆ, ਇਹਦੀ ਸ਼ੁਰੂ ਦੀ ਪੰਕਤੀ ਆ, ਉਸਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ ਹਬ ਕਿਜ ਤਿਆਗੀ, ਹਬੇ ਸਾਬ ਕੁੜਾਵੇ ਡਿਠੇ ਤਉ ਪੱਲੇ ਤੈਂਡਾ ਲਾਗੀ। ਹਾਂਜੀ, ਉਸਤ ਨਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਉਸਤ ਨਿੰਦਾ ਇਕੱਠਾ ਸ਼ਬਦ ਆਉਂਦਾ, ਉਥੇ ਉਸਤ ਤੋਂ ਭਾਵ ਆ ਖੁਸ਼ਾਮਤ। ਹਾਂਜੀ, ਨਿੰਦਿਆ ਦਾ ਭਾਵ ਜਿਹੜਾ ਉਹ ਨਿੰਦਿਆ ਹੈ ਹੀ ਆ। ਹਾਂਜੀ, ਖੁਸ਼ਾਮਤ ਅਸੀਂ ਕਹਿੰਦੇ ਆ ਕਿ ਜਦੋਂ ਕੋਈ ਗਲਤ ਆ, ਪਰ ਅਸੀਂ ਆਪਣੇ ਸਵਾਰਥ ਕਾਰਨ ਜਾਂ ਪੱਖਪਾਤ ਕਾਰਨ ਜਾਂ ਡਰ ਕਾਰਨ ਜਾਂ ਕਿਸੇ ਹੋਰ ਕਾਰਨ ਅਸੀਂ ਉਸ ਦੀਆਂ ਕਮਜ਼ੋਰੀਆਂ, ਉਹਦੀਆਂ ਉਕਾਈਆਂ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਾਂ ਕਿ ਉਹ ਔਗਣ ਨਹੀਂ ਜਾਪਦੇ, ਉਹ ਕਮਜ਼ੋਰੀਆਂ ਪ੍ਰਤੀਤ ਨਹੀਂ ਹੁੰਦੀਆਂ, ਬਲਕਿ ਉਹਦੇ ਗੁਣ ਪ੍ਰਤੀਤ ਹੋਣ। ਗੁਣ ਪ੍ਰਤੀਤ। ਹਾਂਜੀ, ਇਹ ਅਸੀਂ ਉਹਦੀ ਖੁਸ਼ਾਮਦ ਕਰ ਰਹੇ ਹੁੰਦੇ ਹਾਂ। ਨਿੰਦਿਆ ਇਸ ਤੋਂ ਉਲਟਾ ਕਿ ਜਦੋਂ ਅਸੀਂ ਕਿਸੇ ਦੇ ਗੁਣਾਂ ਨੂੰ, ਚੰਗਿਆਈਆਂ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰੀਏ ਕਿ ਉਹ ਚੰਗਿਆਈਆਂ ਨਾ ਜਾਪਣ, ਉਹ ਜਾਪਣ ਪ੍ਰਤੀਤ ਹੋਣ ਕਿ ਇਹ ਤਾਂ ਬਹੁਤ ਵੱਡੀਆਂ ਕਮਜ਼ੋਰੀਆਂ, ਉਹਦੇ ਔਗਣ ਆ, ਤੋ ਗੁਣਾਂ ਨੂੰ ਛੁਟਿਆ ਕੇ ਪੇਸ਼ ਕਰਨਾ ਨਿੰਦਿਆ, ਔਰ ਔਗਣਾਂ ਨੂੰ ਇਸ ਤਰ੍ਹਾਂ ਵਧਾ ਚੜਾ ਕੇ ਪੇਸ਼ ਕਰਨਾ ਕਿ ਉਹ ਔਗਣ ਪ੍ਰਤੀਤ ਹੀ ਨਾ ਹੋਣ, ਇਹ ਖੁਸ਼ਾਮਤ ਆ। ਹਾਂਜੀ, ਬੇਸਿਕਲੀ ਸੱਚ ਨਾਲ ਦੱਸਣਾ, ਜਿਹੜਾ ਸੱਚ ਨਾਲ ਨਾ ਜੁੜਨਾ। ਜਾਂ ਗੁਰੂ ਸਾਹਿਬ ਦੱਸ ਰਿਹਾ ਇੱਥੇ ਗੱਲ ਜਿਹੜੀ ਆ, ਉਹ ਹਰ ਇੱਕ, ਉਹ ਭਾਵੇਂ ਬੱਚੀ ਆ, ਚਾਹੇ ਲੜਕਾ, ਚਾਹੇ ਆਮ ਜਨ ਸਧਾਰਨ ਆ, ਇਹ ਸਾਰਿਆਂ ਵੱਲੋਂ ਅਸਲ 'ਚ ਉਸ ਵਾਹਿਗੁਰੂ ਨਾਲ ਜੁੜਨ ਦੀ ਵਿਧੀ ਦਰਸਾਈ ਆ ਕਿ ਜਿਹੜਾ ਵੀ ਮਾਈ ਪਾਈ ਸੱਚਮੁੱਚ ਸਚਿਆਰ ਬਣਨਾ ਚਾਹੁੰਦਾ, ਰੱਬ ਨਾਲ ਜੁੜਨਾ ਚਾਹੁੰਦਾ, ਤਾਂ ਰੱਬ ਨਾਲ ਜੁੜਨ ਲਈ ਆ ਜਿਹੜੀ ਸ਼ਰਤ ਆ ਇਹ ਪੂਰੀ ਕਰਨੀ ਜ਼ਰੂਰੀ ਆ। ਇਹ ਤੋਂ ਬਿਨਾਂ ਅਸੀਂ ਸਚਿਆਰ ਨਹੀਂ ਬਣ ਸਕਦੇ। ਤਾਂ ਉਹਦੇ ਪ੍ਰਸੰਗ ਵਿੱਚ ਹੀ ਆਖ ਰਹੇ ਆ ਕਿ ਮੈਂ ਕਿਸੇ ਨੂੰ ਮਾੜਾ ਚੰਗਾ, ਕਿਸੇ ਦੀ ਖੁਸ਼ਾਮਦ ਕਰਨੀ, ਕਿਸੇ ਦੀ ਨਿੰਦਿਆ ਕਰਨੀ, ਇਹ ਮੈਂ ਦੋਵੇਂ ਛੱਡ ਦਿੱਤੇ ਆ। ਉਸ ਤੇ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ, ਇਹ ਮੈਂ ਸਮੂਲੋਂ ਛੱਡ ਦਿੱਤੇ ਆ। ਹਬ ਕਿਜ ਤੇ ਆ ਗਈ, ਹਬ ਕੀ ਤਿਆਗੀ ਦਾ ਭਾਵ ਜਿਹੜੀਆਂ ਇਹੋ ਜਿਹੀਆਂ ਹੋਰ ਕਮਜ਼ੋਰੀਆਂ, ਜਿਹੜੀਆਂ ਇਹ ਵੀਕਨੈਸਸ ਹੈਗੀਆਂ ਸਾਡੀਆਂ, ਜਿਹੜੀਆਂ ਜਿਨ੍ਹਾਂ ਕਾਰਨ ਅਸੀਂ ਮਨੁੱਖ ਹੁੰਦੇ ਹੋਏ ਮਨੁੱਖ ਨਹੀਂ ਰਹਿੰਦੇ, ਤਾਂ ਇਹ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਕਮਜ਼ੋਰੀਆਂ, ਜਿਹੜੀਆਂ ਆਤਮਿਕ ਰਸਤੇ ਦੀਆਂ ਰੁਕਾਵਟਾਂ, ਅਸੀਂ ਸਧਾਰਨ ਸ਼ਬਦਾਂ ਕਹਿ ਸਕਦੇ ਹਾਂ ਕਿ ਸਚਿਆਰ ਬਣਨ ਲਈ ਜਿਹੜੀਆਂ ਇਹ ਰੁਕਾਵਟਾਂ ਸਾਡੇ ਰਸਤੇ ਦੀਆਂ, ਇਹਨਾਂ ਸਾਰਿਆਂ ਨੂੰ ਮੈਂ ਤਿਆਗ ਦਿੱਤਾ। ਹਬੇ ਸਾਹਿਬ ਕੁੜਾਵੇ ਡਿਠੇ, ਇੱਥੇ ਸਾਗ ਦਾ ਜੇ ਅਸੀਂ ਚਲੋ ਭਾਵ ਜੇ ਆਮ ਜਿਹੜੇ ਸਾਡੇ ਟੀਕਾਕਾਰ ਲੈਂਦੇ ਆ, ਜੇ ਸਾਗ ਤੋਂ ਵੀ ਲਿਆ ਜਾਵੇ ਤੋ ਹਬੇ ਸਾਗ ਇੱਥੇ ਭਾਵ ਮੋਹ ਤੋਂ ਆ, ਕਿ ਜਿਹੜਾ ਭਾਵੇਂ ਉਹ ਪਰਿਵਾਰਕ ਮੋਹ ਆ, ਮਾਪਿਆਂ ਦਾ ਮੋਹ ਆ, ਚਾਹੇ ਭੈਣਾਂ ਭਰਾਵਾਂ ਦਾ, ਚਾਹੇ ਸੱਜਣਾ ਮਿੱਤਰਾਂ ਦਾ, ਜਿਸ ਕਰਕੇ ਮੈਂ ਇਹ ਕੰਮ ਜਿਹੜਾ ਮੋਹ, ਜਿਹੜਾ ਮੋਹ ਮਨੁੱਖ ਨੂੰ ਅੰਧਾ ਕਰ ਦਿੰਦਾ। ਹਾਂਜੀ, ਮੋਹ ਔਰ ਪ੍ਰੇਮ ਵਿੱਚ ਫਰਕ ਆ। ਪਰ ਇੱਥੇ ਜਿਹੜਾ ਪ੍ਰਕਰਨ ਚੱਲ ਰਿਹਾ ਅਸਲ ਜੋ ਉਸ ਇਹਨਾਂ ਸਾਕਾਂ ਸੰਬੰਧੀਆਂ ਪਰਿਵਾਰਕ ਭੈਣਾਂ ਭਰਾਵਾਂ ਮਾਤਾ ਪਿਤਾ ਤੋਂ ਨਹੀਂ, ਇੱਥੇ ਉਹਨਾਂ ਦੀ ਕਮਜ਼ੋਰੀਆਂ ਦੀ ਗੱਲ ਚੱਲ ਰਹੀ ਆ ਕਿ ਇਹ ਜਿਹੜੀਆਂ ਕਮਜ਼ੋਰੀਆਂ, ਜਿਹੜੀਆਂ ਮੈਂ ਸ਼ਿੰਗਾਰ ਸਮਝੀਆਂ ਹੋਈਆਂ ਸੀ, ਸ਼ਿੰਗਾਰ ਸਮਝ ਕੇ ਮੈਂ ਸਜਾਇਆ ਹੋਇਆ ਸੀ, ਇਹਨਾਂ ਵਿੱਚ ਮੈਂ ਮਗਨ ਸੀ, ਇਹਨਾਂ ਸਾਰੀਆਂ ਕਮਜ਼ੋਰੀਆਂ ਨੂੰ ਮੈਂ ਛੱਡਦਾ। ਮੈਨੂੰ ਸਮਝ ਆ ਗਈ ਕਿ ਅਸਲ ਵਿੱਚ ਇਹ ਕਮਜ਼ੋਰੀਆਂ ਹੀ ਸਾਡੇ ਰਸਤੇ ਦੀ ਵੱਡੀ ਰੁਕਾਵਟ ਬਣੀਆਂ ਹੋਈਆਂ। ਇਹ ਸਮਝ ਆਉਣ ਤੋਂ ਮੈਂ ਇਹਨਾਂ ਦਾ ਤਿਆਗ ਕਰਕੇ ਤਉ ਪੱਲੇ ਤੈਂਡੇ ਲਾਗੀ, ਹੇ ਮਾਲਕ ਪ੍ਰਭੂ ਜੀ ਮੈਂ ਤਾਂ ਤੇਰੇ ਲੜ ਲੱਗੀਆਂ ਜੇ ਲੱਗਾ, ਇਹ ਦੋਵਾਂ ਲਈ ਆ, ਦੋਨਾਂ ਲਈ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਇਸਤਰੀ ਕਰਕੇ ਸੰਬੋਧਨ, ਇਸ ਲਈ ਜਿਹੜਾ ਕਿ ਮਤਲਬ ਇਹ ਨਹੀਂ ਕਿ ਉਸਦੇ ਦੋਵਾਂ ਵਿਆਹ ਦਾ ਵਿਆਹ ਜੋੜੇ ਲਈ ਆ। ਇਹ ਹਰ ਜਿਹੜਾ ਮਾਈ ਭਾਈ ਉੱਥੇ ਬੈਠਾ ਹੋਇਆ ਜਾਂ ਜੋ ਵੀ ਜਿਹੜਾ ਪ੍ਰਾਣੀ ਜਿਹੜਾ ਵੀ ਉਹਦੇ ਨਾਲ ਜੁੜਨਾ ਚਾਹੁੰਦਾ, ਇਹ ਹਰ ਇੱਕ ਲਈ ਇਹ ਸ਼ਰਤ ਪੂਰੀ ਕਰਨੀ ਜ਼ਰੂਰੀ ਆ। ਉਹ ਤੁਸੀਂ ਦੇਖੋ ਜਿਹੜੀ ਧੀ ਜਿਨ੍ਹਾਂ ਮਾਪਿਆਂ ਨੇ ਜਦੋਂ ਜਨਮ ਹੀ ਨਹੀਂ ਦਿੱਤਾ, ਪਾਲਿਆ ਪੋਸਿਆ, ਉਹਨੂੰ ਪੜ੍ਹਾਇਆ ਲਿਖਾਇਆ, ਇਸ ਯੋਗ ਬਣਾਇਆ, ਤਾਂ ਇੱਕ ਪਲ ਵਿੱਚ ਝੂਠੇ ਹੋ ਗਏ। ਉਹ ਫਿਰ ਬੱਚੀ ਦੇ ਮਨ ਵਿੱਚੋਂ ਮਾਪਿਆਂ ਦਾ ਮੋਹ ਕਦੀ ਵੀ ਨਹੀਂ ਜਾਂਦਾ।
ਹਾਂਜੀ, ਉਹ ਤਾਂ ਰਿਸ਼ਤੇਦਾਰੀ ਉਹ ਦਾ ਅਖੀਰ ਤੱਕ ਜਿਹੜੀ ਭਾਵੇਂ ਉਹਦੇ ਆਪਣੇ ਬੱਚੇ ਹੁੰਦੇ ਆ, ਵਿਆਹੇ ਵੀ ਜਾਂਦੇ ਆ, ਪਰ ਮਾਪਿਆਂ ਪ੍ਰਤੀ ਜਿਹੜੀ ਉਹਦੀ ਅਟੈਚਮੈਂਟ ਆ ਉਹ ਅਖੀਰਲੇ ਸਵਾਸ ਤੱਕ ਕਾਇਮ ਰਹਿੰਦੀ ਆ। ਇਸ ਲਈ ਵੈਸੇ ਵੀ ਜਿਹੜੀ ਗੱਲ ਜਿਹੜੀ ਆ ਉਹ ਹਾਸੋ ਨਹੀਂ ਲੱਗਦੀ ਆ। ਔਰ ਗੁਰੂ ਸਾਹਿਬ ਨੇ, ਖੈਰ ਗੁਰੂ ਸਾਹਿਬ ਦੇ ਆਪਣੇ ਪਰਿਵਾਰ ਸੀ, ਉਹਨਾਂ ਨੇ ਪਰਿਵਾਰਕ ਜ਼ਿੰਦਗੀ ਨਿਭਾਈ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ, ਔਰ ਇਹ ਫਿਰ ਇਹ ਸਮਾਜਿਕ ਜਿਹੜਾ ਢਾਂਚਾ ਬਣਿਆ ਹੋਇਆ ਤੇ ਗੁਰੂ ਸਾਹਿਬ ਨੇ ਇਹਨੂੰ ਇਸ ਨੂੰ ਸਵੀਕਾਰਿਆ ਹੋਇਆ। ਠੀਕ ਹੈ, ਜਿਹੜਾ ਜੇ ਉਸ ਨਾਲ ਵੀ ਲਈਏ ਤਾਂ ਉਹ ਗੱਲ ਮੋਹ ਦੀ ਆ। ਫਿਰ ਜਿਹੜਾ ਅਗਲਾ ਸ਼ਲੋਕ ਦੇਖੋ ਤੁਸੀਂ, ਹੋਰ ਸਪਸ਼ਟ ਹੁੰਦਾ ਜਦੋਂ ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਿ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਸਾਵਰ ਪੰਦਾ, ਤਾਂ ਹਉ ਸੁਖ ਸੁਖਾਲੀ ਸੁਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ। ਠੀਕ ਹੈ, ਇਸ ਸ਼ਲੋਕ ਵਿੱਚ ਹੋਰ ਸਪਸ਼ਟ ਕਰ ਰਹੇ ਆ ਕਿ ਮੈਂ ਹੋਰ ਪਾਸੇ ਭਟਕਦਾ ਰਿਹਾ ਉਸ ਸ਼ਾਂਤੀ ਲਈ, ਸਕੂਨ ਲਈ, ਸ਼ਾਂਤੀ ਲਈ, ਕਿ ਮੈਂ ਚੈਨ ਦੀ ਜ਼ਿੰਦਗੀ ਜੀਉ ਸਕਾਂ, ਸਚਿਆਰ ਬਣ ਸਕਾਂ। ਮੈਂ ਬੜੇ ਦੇਸ਼ ਦਸਨ ਗਏ ਪਾ, ਬਹੁਤ ਥਾਈਂ ਫਿਰਿਆ, ਘੁੰਮਿਆ, ਭਟਕਿਆ, ਪਰ ਮੈਨੂੰ ਸ਼ਾਂਤੀ ਨਹੀਂ ਮਿਲੀ। ਸ਼ਾਂਤੀ ਕਦੋਂ ਮਿਲੀ? ਜਦੋਂ ਗੁਰੂ ਕੋਲ ਆ ਕੇ ਮੈਨੂੰ ਉਸ ਵਾਹਿਗੁਰੂ ਨਾਲ ਜੁੜਨ ਦਾ ਮੌਕਾ ਮਿਲਿਆ। ਭਾਵ ਗੁਰੂ ਨੇ ਮੈਨੂੰ ਰੱਬੀ ਗੁਣਾਂ ਦੀ ਦਾਤ ਬਖਸ਼ੀ, ਉਹਨਾਂ ਗੁਣਾਂ ਨੂੰ ਮੈਂ ਅਪਣਾਇਆ, ਤਾਂ ਮੈਂ ਉਸ ਰੱਬ ਨਾਲ ਜੁੜ ਕੇ ਜਦੋਂ ਜੁੜੀ ਤਾਂ ਮੈਨੂੰ ਸ਼ਾਂਤੀ ਮਿਲੀ। ਤਾਂ ਹੁਣ ਸੁਖ ਸੁਖਾਲੀ ਸੁੱਤੀ, ਤਾਂ ਭਾਵੇਂ ਕਿ ਉਸ ਨੂੰ ਚੈਨ ਆਇਆ, ਮੈਂ ਆਰਾਮ ਨਾਲ ਸੌਂ ਗਈ, ਭਾਵ ਮੈਂ ਨਿਸ਼ਚਿੰਤ ਹੋ ਗਿਆ। ਨਿਸ਼ਚਿੰਤ ਹੋ। ਹੁਣ ਪੌੜੀ ਵਿੱਚ ਜਿਹੜਾ ਉਹ ਗੁਰੂ ਸਾਹਿਬ ਹੋਰ ਸਪਸ਼ਟ ਕਰ ਰਹੇ ਆ ਕਿ ਸਭੇ ਦੁੱਖ ਸੰਤਾਪ ਜਾਂ ਤੁਦੋਂ ਭੁੱਲੀ ਹੈ। ਇਹ ਹੁਣ ਵਾਹਿਗੁਰੂ ਨੂੰ ਹੀ ਆਖਿਆ ਹੋਇਆ, ਹਾਂਜੀ, ਕਿਸੇ ਵਿਅਕਤੀ ਨੂੰ ਨਹੀਂ, ਪਰ ਕਿ ਉਹਨੂੰ ਹੀ ਰੱਬ ਨੂੰ ਸੰਬੋਧਨ ਕਰਕੇ ਆਖਿਆ ਜਾ ਰਿਹਾ। ਉਹ ਜਿਹੜੇ ਪਹਿਲੇ ਸ਼ਲੋਕ ਆ ਉਹਨਾਂ ਵਿੱਚ ਵੀ ਇਹੀ ਆ, ਇਹੀ ਚੱਲ ਰਿਹਾ, ਤੂੰ ਕਹਿੰਦਾ ਕਰਨ ਉਹੀ ਚੱਲ ਰਿਹਾ। ਜਬ ਸਭੇ ਦੁੱਖ ਸੰਤਾਪ ਜਾਂ ਤੁਦੋਂ ਭੁੱਲੀ ਹੈ, ਜੇ ਕੀਚਨ ਲੱਖ ਉਹ ਪਾਵ ਤਾਂ ਕਹੀਂ ਨਾ ਭੁੱਲੀ ਹੈ। ਫਿਰ ਕਹਿੰਦਾ ਜਿਸ ਨੂੰ ਵਿਸਰੈ ਨਾਉ ਸੋ ਨਿਰਤਨ ਕਾਂਢੀ ਹੈ, ਜਿਸ ਨੂੰ ਵਿਸਰੈ ਨਾਉ ਸੋ ਜੂਨੀ ਹਾਂਡੀ ਹੈ। ਜਿਸ ਖਸਮ ਨਾ ਆਵੈ ਚਿਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿਤ ਰੋਗੀ ਸੇ ਗਣੇ। ਫਿਰ ਜਿਸ ਖਸਮ ਨਾ ਆਵੀ ਚਿਤ ਸੋ ਖਰੋ ਹੰਕਾਰੀਆ, ਸੋਈ ਦਹੇਲਾ ਜਗ ਜਿਨ ਨਾਉ ਵਿਸਾਰੀਆ। ਹੁਣ ਕਿਸੇ ਤਰ੍ਹਾਂ ਦੀ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਇੱਥੇ ਗੁਰੂ ਸਾਹਿਬ ਜੀ ਕੀ ਆਖ ਰਹੇ ਆ। ਤੋ ਇਸ ਲਈ ਸ਼ਬਦ ਭਾਵੇਂ ਸ਼ਲੋਕ ਜਿਹੜਾ ਪੜ੍ਹਿਆ ਜਾਂਦਾ, ਪਰ ਸ਼ਲੋਕ ਦਾ ਭਾਵ ਜਿਹੜਾ ਉਹ ਜੋ ਅਸੀਂ ਆਮ ਸਮਝੀ ਬੈਠੇ ਹਾਂ, ਜਾਂ ਇਹਨੂੰ ਪੱਲੇ ਦਾ ਸ਼ਬਦ ਆਖਿਆ ਜਾਂਦਾ, ਇਹਦਾ ਉਹਦੇ ਨਾਲ ਕੋਈ ਕਨਸਰਨ ਨਹੀਂ, ਕੋਈ ਸੰਬੰਧ ਨਹੀਂ। ਹਰ ਸ਼ਬਦ ਵਿੱਚ ਸੁਨੇਹਾ ਜਿਹੜਾ ਉਹ ਇੱਕੋ ਹੀ ਸੁਨੇਹਾ ਕਿ ਅਸੀਂ ਸਚਿਆਰ ਕਿਵੇਂ ਬਣ ਸਕਦੇ ਹਾਂ, ਪਰਮਾਤਮਾ ਨਾਲ ਕਿੱਦਾਂ ਜੁੜ ਸਕਦੇ ਹਾਂ ਜੀ। ਸੋ ਇਹ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੋਨੇ ਸ਼ਲੋਕ ਤੇ ਪੌੜੀ ਦੀ ਬਰੀਫ ਜਿਹੀ ਵਿਆਖਿਆ ਕੀਤੀ। ਔਰ ਸਾਡੀ ਥੋੜ੍ਹੀ ਜਿਹੀ ਇਹ ਨਿਮਰਤਾ ਸਹਿਤ ਬੇਨਤੀ ਹੈ ਰਾਗੀ ਕੀਰਤਨੀ ਸਿੰਘਾਂ ਨੂੰ ਵੀ ਕਿ ਜਦੋਂ ਇਹ ਸ਼ਬਦ ਪੜ੍ਹਨ ਉਹਦੀ ਨਾਲ ਜੇ ਵਿਆਖਿਆ ਕਰਦੇ ਕਿ ਇਹ ਸ਼ਬਦ ਕਿਸ ਬੇਸ ਤੇ ਹੈ ਤਾਂ ਬਹੁਤ ਚੰਗਾ ਹੋਵੇ, ਤਾਂ ਕਿ ਆਉਣ ਵਾਲਾ ਜਿਹੜਾ ਯੂਥ ਹੈ ਸਾਡਾ ਉਹਨੂੰ ਇਹ ਵੀ ਪਤਾ ਲੱਗ ਸਕੇ ਕਿ ਇਹ ਜਿਹੜੇ ਪੈਰਾਮੀਟਰਸ ਅਸੀਂ ਕਈ ਵਾਰੀ ਫਿਕਸ ਕਰਦੇ ਹਾਂ ਕਿ ਵਾਕਈ ਅਸੀਂ ਬਰਾਬਰੀ ਦੀ ਗੱਲ ਕਰ ਰਹੇ ਹਾਂ, ਕਿਹੜੀ ਚੀਜ਼ ਦੀ ਗੱਲ ਕਰ ਰਹੇ ਹਾਂ, ਚਾਹੇ ਉਹ ਸ਼ਬਦ ਜਿਹੜੇ ਆ ਉਹ ਪੱਲੇ ਵਾਲੇ ਹੈਗੇ ਆ, ਪਰ ਉਹਦਾ ਐਕਚੁਅਲ ਭਾਵ ਤੇ ਕੀ ਜਿਹੜੀ ਸੰਗਤ ਆਈ ਹੈ ਉਹਨਾਂ ਤੱਕ ਇਹ ਐਗਜ਼ੈਕਟ ਮੈਸੇਜ ਪਹੁੰਚ ਸਕੇ, ਤਾਂ ਕਿ ਲੋਕ, ਹਰ ਬੰਦਾ ਇਹ ਨਾ ਸੋਚੇ ਕਿ ਜੀ ਪੱਲੇ ਦਾ ਸ਼ਬਦ ਹੈਗਾ, ਇਹ ਸੋਚੇ ਕਿ ਮੈਂ ਪਰਮਾਤਮਾ ਨਾਲ ਕਿੱਦਾਂ ਜੁੜਨਾ। ਔਰ ਹਰ ਇਨਸਾਨ ਜਿਹੜਾ ਸੰਗਤ ਵਿੱਚ ਆਉਂਦਾ ਉਹਦਾ ਕਿਰਦਾਰ ਔਰ ਉਹਦਾ ਜੀਵਨ ਸੁਚੱਜਾ ਤੇ ਉੱਚਾ ਬਣ ਸਕੇ। ਅਸੀਂ ਅੱਜ ਇਹ ਵੀਡੀਓ ਪਹਿਲੀ ਇੱਥੇ ਖਤਮ ਕਰਦੇ ਹਾਂ ਜੀ, ਸਮਾਪਤ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ। ਅਗਲੀ ਲਈ ਥੱਲੇ ਕਮੈਂਟਸ ਔਰ ਲਾਈਕ ਕਰੋ ਔਰ ਸਾਨੂੰ ਇਹਦੇ ਬਾਰੇ ਜ਼ਰੂਰ ਦੱਸੋ, ਫੀਡਬੈਕ ਦਿਓ, ਤਾਂ ਕਿ ਅਸੀਂ ਇਹਨੂੰ ਇੰਪਰੂਵ ਕਰ ਸਕੀਏ। ਯਾਨੀ ਤੁਹਾਡਾ ਬਹੁਤ ਬਹੁਤ ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।